Students, Vaheguru Ji Ka Khalsa, Vaheguru Ji Ki Fateh. Today we are going to discuss next topic of chapter light, and that is right or left. ਨੇ ਕਿਹਾ ਕਿ ਜਦੋਂ ਅਸੀਂ ਆਪਣੀ ਸ਼ਕਲ ਜਿਹੜੀ ਆ ਉਹ ਪਲੇਨ ਮਿਰਰ ਕਿਹੜਾ ਹੁੰਦਾ ਜਿਹੜਾ ਸਾਡੇ ਘਰਾਂ ਦੇ ਵਿੱਚ ਦੇਖਣ ਨੂੰ ਯੂਜ਼ ਕੀਤਾ ਜਾਂਦਾ, ਉਹਨੂੰ ਆਪਾਂ ਕਹਿੰਦੇ ਆ ਪਲੇਨ ਮਿਰਰ। ਹੁਣ ਇਹਨੇ ਕਿਹਾ ਕਿ ਕੀ ਤੁਸੀਂ ਕਦੀ ਸੋਚਿਆ, ਜਿਹੜੀ ਐਕਟੀਵਿਟੀ ਦੱਸੀ ਉਹਦੇ 'ਚ ਕੀ ਦੱਸਿਆ ਕਿ ਕੀ ਤੁਸੀਂ ਕਦੀ ਦੇਖਿਆ ਕਿ ਜਦੋਂ ਤੁਸੀਂ ਪਲੇਨ ਮਿਰਰ ਦੇ ਸਾਹਮਣੇ ਘਰ ਦੇ ਵਿੱਚ ਜਿਹੜਾ ਸ਼ੀਸ਼ਾ ਵਾ ਉਹਦੇ ਸਾਹਮਣੇ ਜਦੋਂ ਖੜ੍ਹਦੇ ਜੇ ਅਤੇ ਤੁਹਾਨੂੰ ਕੋਈ ਡਿਫਰੈਂਸ ਮਹਿਸੂਸ ਹੁੰਦਾ ਵਾ। ਇਹਨੇ ਕਿਹਾ ਕਿ ਤੁਸੀਂ ਜਦੋਂ ਸ਼ੀਸ਼ੇ ਦੇ ਸਾਹਮਣੇ ਖੜ੍ਹਦੇ ਜੇ ਅਤੇ ਆਪਣਾ ਤੁਸੀਂ ਅਗਰ ਲੈਫਟ ਹੈਂਡ ਜਿਹੜਾ ਵਾ ਉਹ ਉੱਪਰ ਰੇਜ਼ ਕੀਤਾ ਹੋਇਆ ਵਾ, ਉੱਪਰ ਨੂੰ ਚੁੱਕਿਆ ਹੋਇਆ ਵਾ, ਅਤੇ ਸ਼ੀਸ਼ੇ ਵਿੱਚ ਤੁਹਾਨੂੰ ਉਹ ਕਿਹੜਾ ਨਜ਼ਰ ਆਏਗਾ? ਤੁਹਾਨੂੰ ਨਜ਼ਰ ਆਏਗਾ ਕਿ ਸਾਡਾ ਰਾਈਟ ਹੈਂਡ ਉੱਪਰ ਆ। ਅਤੇ ਜੇਕਰ ਰਾਈਟ ਹੈਂਡ ਉੱਪਰ ਚੁੱਕਿਆ ਹੋਇਆ ਵਾ ਅਤੇ ਸ਼ੀਸ਼ੇ 'ਚ ਤੁਹਾਨੂੰ ਉਹ ਲੈਫਟ ਸਾਈਡ ਜਿਹੜੀ ਆ ਉਹ ਨਜ਼ਰ ਆਏਗੀ। ਯਾਨੀ ਕਿ ਸ਼ੀਸ਼ੇ ਦੇ ਵਿੱਚ ਜਿਹੜੀਆਂ ਸਾਈਡਸ ਆ ਉਹ ਇੰਟਰਚੇਂਜ ਹੁੰਦੀਆਂ, ਆਪਸ ਦੇ ਵਿੱਚ ਅਦਲਾ ਬਦਲੀ ਹੁੰਦੀ ਆ। ਅਤੇ ਇਮੇਜ ਜਿਹੜੀ ਆ ਉਹ ਅਪ ਸਾਈਡ ਡਾਊਨ ਨਹੀਂ ਹੁੰਦੀ, ਯਾਨੀ ਇਹ ਨਹੀਂ ਹੁੰਦਾ ਕਿ ਸਾਡਾ ਸਿਰ ਨੀਚੇ ਵੱਲ ਅਤੇ ਪੈਰ ਉੱਪਰ ਵੱਲ ਹੋ ਜਾਣ, ਨਹੀਂ। ਸਿਰਫ ਕੀ ਆ ਕਿ ਪਲੇਨ ਮਿਰਰ ਦੇ ਵਿੱਚ ਜਿਹੜੀਆਂ ਸਾਈਡਸ ਆ ਉਹੀ ਇੰਟਰਚੇਂਜ ਹੁੰਦੀਆਂ, ਯਾਨੀ ਕਿ ਸੱਜਾ ਪਾਸਾ ਖੱਬਾ ਨਜ਼ਰ ਆਉਂਦਾ ਅਤੇ ਖੱਬਾ ਪਾਸਾ ਸੱਜਾ ਨਜ਼ਰ ਆਉਂਦਾ ਵਾ। ਹੁਣ ਉਹਨੇ ਕਿਹਾ ਕਿ ਦੇਖੋ ਯਾਰ, ਜਿਸ ਤਰ੍ਹਾਂ ਬੱਚੇ ਦਾ ਦਿਖਾਇਆ ਹੋਇਆ ਐਕਟੀਵਿਟੀ ਦੇ ਵਿੱਚ ਕਿ ਮੰਨ ਲਓ ਉਹਨੇ ਆਪਣਾ ਜਿਹੜਾ ਲੈਫਟ ਹੈਂਡ ਆ ਉਹ ਰੇਜ਼ ਕੀਤਾ ਹੋਇਆ, ਪਰ ਮਿਰਰ ਵਿੱਚ ਉਹਨੂੰ ਕਿਹੜਾ ਆਪਣਾ ਨਜ਼ਰ ਆਏਗਾ? ਲੈਫਟ ਹੈਂਡ ਅਪੀਅਰਸ ਔਨ ਦਾ ਰਾਈਟ ਸਾਈਡ ਇਨ ਦਾ ਇਮੇਜ। ਯਾਨੀ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਇਹ ਆਬਜੈਕਟ ਹੁੰਦਾ, ਜਿਹੜੀ ਸਾਡੀ ਸ਼ਕਲ ਬਣਦੀ ਆ, ਦੈਟ ਇਜ਼ ਇਮੇਜ। ਕਿ ਜੇ ਬੱਚੇ ਨੇ ਸ਼ੀਸ਼ੇ ਦੇ ਬਾਹਰ ਖੱਬਾ ਹੱਥ ਲੈਫਟ ਹੈਂਡ ਆਪਣਾ ਰੇਜ਼ ਕੀਤਾ ਅਤੇ ਸ਼ੀਸ਼ੇ ਦੇ ਵਿੱਚ ਉਹਨੂੰ ਰਾਈਟ ਹੈਂਡ ਨਜ਼ਰ ਆਏਗਾ। ਉਹਨੂੰ ਇਹ ਆ ਰਾਈਟ ਔਰ ਲੈਫਟ ਦਾ ਕੌਨਸੈਪਟ, ਜਾਂ ਇਹਨੂੰ ਆਪਾਂ ਲੇਟਰਲ ਇਨਵਰਸ਼ਨ ਵੀ ਕਹਿੰਦੇ ਆ। ਲੇਟਰਲ ਇਨਵਰਸ਼ਨ ਕਿ ਜਿਹਦੇ 'ਚ ਸਾਨੂੰ ਸੱਜਾ ਪਾਸਾ ਖੱਬਾ ਅਤੇ ਖੱਬਾ ਪਾਸਾ ਸੱਜਾ ਨਜ਼ਰ ਆਉਂਦਾ। ਹੁਣ ਤੁਸੀਂ ਅਕਸਰ ਦੇਖਿਆ ਹੋਏਗਾ ਕਿ ਜਿਹੜੀ ਐਂਬੂਲੈਂਸ ਹੁੰਦੀ ਆ ਉਹਦੇ ਉੱਪਰ ਜਿਹੜੇ ਵਰਡਸ ਆ ਉਹ ਪੁੱਠੇ ਲਿਖੇ ਹੁੰਦੇ ਆ। ਕਿਉਂ ਪੁੱਠੇ ਲਿਖੇ ਹੁੰਦੇ ਆ? ਇਹਦਾ ਵੀ ਰੀਜ਼ਨ ਆ ਕਿ ਇਹਦਾ ਰੀਜ਼ਨ ਇਹ ਆ ਕਿ ਜਦੋਂ ਕੋਈ ਐਂਬੂਲੈਂਸ ਆ ਰਹੀ ਹੁੰਦੀ ਆ ਅਤੇ ਜਿਹੜਾ ਅੱਗੇ ਕੋਈ ਵੀ ਪਰਸਨ ਵਹੀਕਲ ਡਰਾਈਵ ਕਰ ਰਿਹਾ ਹੁੰਦਾ ਵਾ, ਕਿਉਂਕਿ ਹੁਣ ਐਂਬੂਲੈਂਸ ਜਿਹੜੀ ਆ ਉਹ ਐਮਰਜੈਂਸੀ ਦੇ ਵਿੱਚ ਵਰਤੀ ਜਾਂਦੀ ਹੈ। ਜਦੋਂ ਕੋਈ ਬਹੁਤ ਜ਼ਿਆਦਾ ਬਿਮਾਰ ਹੋਵੇ ਉਦੋਂ ਐਂਬੂਲੈਂਸ ਉਸ ਪੇਸ਼ੈਂਟ ਨੂੰ ਲੈ ਕੇ ਜਾਂਦੀ ਆ। ਅਤੇ ਜਿਹੜਾ ਫਿਰ ਅੱਗੇ ਗੱਡੀ ਚਲਾ ਰਿਹਾ ਹੁੰਦਾ ਵਾ ਉਹ ਆਪਣੇ ਰੀਅਰ ਵਿਊ ਮਿਰਰ, ਯਾਨੀ ਕਿ ਜਿਹੜਾ ਪਿੱਛੇ ਵੇਖਣ ਵਾਲਾ ਸ਼ੀਸ਼ਾ ਹੁੰਦਾ ਵਾ, ਉਹਦੇ ਵਿੱਚ ਫਿਰ ਉਹ ਜਦੋਂ ਦੇਖਦਾ ਵਾ ਅਤੇ ਉਹਨੂੰ ਸ਼ੀਸ਼ੇ ਦੇ ਵਿੱਚ, ਕਿਉਂਕਿ ਆਪਾਂ ਪੜ੍ਹਿਆ ਕਿ ਸੱਜਾ ਖੱਬਾ ਅਤੇ ਖੱਬਾ ਸੱਜਾ ਨਜ਼ਰ ਆਉਂਦਾ ਵਾ, ਫਿਰ ਜਿਹੜੇ ਇਹ ਪੁੱਠੇ ਲੈਟਰਸ ਲਿਖੇ ਹੁੰਦੇ ਆ ਉਹ ਉਸ ਮਿਰਰ, ਅਗਲੇ ਪਰਸਨ ਦੀ ਗੱਡੀ ਦੇ ਮਿਰਰ ਦੇ ਸ਼ੀਸ਼ੇ, ਜਿਹੜਾ ਸਾਈਡ ਵਾਲਾ ਸ਼ੀਸ਼ਾ ਹੁੰਦਾ ਉਹਦੇ ਵਿੱਚ ਉਹ ਜਿਹੜੇ ਵਰਡਸ ਆ ਸਿੱਧੇ ਨਜ਼ਰ ਆਉਂਦੇ ਆ। ਕਿ ਅਗਲਾ ਜਿਹੜਾ ਪਰਸਨ ਆ ਨੂੰ ਪਤਾ ਲੱਗ ਜਾਂਦਾ ਵਾ ਕਿ ਮੇਰੇ ਪਿੱਛੇ ਐਂਬੂਲੈਂਸ ਆ ਰਹੀ ਆ ਅਤੇ ਮੈਂ ਉਹਨੂੰ ਸਾਈਡ ਦੇਣੀ ਆ। ਕਿਉਂਕਿ ਇਹ ਸਾਡੀ ਸਾਰਿਆਂ ਦੀ ਡਿਊਟੀ ਬਣਦੀ ਆ ਕਿ ਅਸੀਂ ਜਿਹੜੀ ਐਂਬੂਲੈਂਸ ਆ ਉਹਨੂੰ ਵਿਦਾਊਟ ਬਲੋਕਿੰਗ, ਉਹਦਾ ਮਤਲਬ ਰਸਤਾ ਬਲੋਕ ਕਰਨ ਦੀ ਬਜਾਏ ਸਾਨੂੰ ਉਹਨੂੰ ਪਹਿਲਾਂ ਲੰਘ ਜਾਣ ਦੇਣਾ ਚਾਹੀਦਾ ਵਾ। ਹੁਣ ਉਹਨੇ ਕਿਹਾ ਕਿ ਤੁਸੀਂ ਜਿਹੜਾ ਸਾਈਡ ਮਿਰਰ ਜਿਵੇਂ ਸਕੂਟਰ ਜਾਂ ਕਾਰ ਦਾ ਦੇਖਦੇ ਜੇ, ਉਹਦੇ ਵਿੱਚ ਸਾਨੂੰ ਜਿਹੜੇ ਆਬਜੈਕਟਸ ਆ ਉਹ ਛੋਟੇ ਨਜ਼ਰ ਆਉਂਦੇ ਆ। ਮਤਲਬ ਕਿ ਜਿਹੜੇ ਜਿਸ ਤਰ੍ਹਾਂ ਆਪਾਂ ਜਿਹੜਾ ਰੀਅਰ ਵਿਊ ਮਿਰਰ, ਯਾਨੀ ਕਿ ਪਿੱਛੇ ਦੇਖਣ ਵਾਲਾ ਸ਼ੀਸ਼ਾ, ਉਹਦੇ ਵਿੱਚ ਜਿਹੜੇ ਪਿੱਛੋਂ ਕੋਈ ਵੀ ਗੱਡੀ, ਬੱਸ, ਟਰੱਕ ਆ ਰਿਹਾ ਅਤੇ ਉਹਦੀ ਜਿਹੜੀ ਇਮੇਜ ਆ ਉਹ ਸਾਨੂੰ ਉਹਦੇ ਵਿੱਚ ਛੋਟੀ ਨਜ਼ਰ ਆਉਂਦੀ ਆ। ਨਾਓ ਪਲੇਇੰਗ ਵਿਦ ਸਫੈਰੀਕਲ ਮਿਰਰਸ। ਉਹਨਾਂ ਨੇ ਕਿਹਾ ਕਿ ਸਫੈਰੀਕਲ ਮਿਰਰਸ ਜਿਹੜੇ ਆ ਇਹ ਕੀ ਹੁੰਦੇ ਆ ਕਿ ਜਿਵੇਂ ਆਪਾਂ ਉਹਨੇ ਕਿਹਾ ਕਿ ਜਿਹੜੀ ਪਹੇਲੀ ਅਤੇ ਬੂਝੋ ਆ ਉਹ ਆਪਣੇ ਡਿਨਰ ਦਾ ਇੰਤਜ਼ਾਰ ਕਰਦੇ ਪਏ ਆ ਅਤੇ ਬੂਝੋ ਜਿਹੜਾ ਵਾ ਉਹ ਪਲੇਟ ਨੂੰ ਚੁੱਕ ਲੈਂਦਾ ਵਾ ਅਤੇ ਉਹਦੇ 'ਚ ਆਪਣੀ ਇਮੇਜ ਦੇਖਦਾ, ਯਾਨੀ ਕਿ ਉਹਦੇ 'ਚ ਆਪਣੀ ਸ਼ਕਲ ਦੇਖਦਾ। ਅਤੇ ਉਹ ਕੀ ਦੱਸਦਾ ਵਾ ਕਿ ਇਹ ਜਿਹੜਾ ਪਲੇਟ ਆ ਇਹ ਕਾਹਦਾ ਕੰਮ ਕਰ ਰਹੀ ਆ? ਪਲੇਨ ਮਿਰਰ ਦਾ। ਕਿਉਂਕਿ ਪਲੇਨ ਮਿਰਰ ਦੇ ਵਿੱਚ ਜਿਹੜੀ ਇਮੇਜ ਆ ਉਹ ਇਰੈਕਟ, ਯਾਨੀ ਕਿ ਸਿੱਧੀ ਨਜ਼ਰ ਆਉਂਦੀ ਆ ਅਤੇ ਸੇਮ ਸਾਈਜ਼ ਦੀ। ਜਿਵੇਂ ਆਪਾਂ ਪਲੇਨ ਮਿਰਰ ਘਰ ਜਿਹੜਾ ਸ਼ੀਸ਼ਾ ਹੁੰਦਾ ਉਹ 'ਚ ਦੇਖਦੇ ਆ ਨਾ ਕਿ ਸਾਡੀ ਸ਼ਕਲ ਜਿਹੜੀ ਬਣਦੀ ਆ ਸ਼ੀਸ਼ੇ ਦੇ ਵਿੱਚ ਉਹ ਸਿੱਧੀ ਹੁੰਦੀ ਆ ਅਤੇ ਉਸੇ ਸਾਈਜ਼ ਦੀ ਹੁੰਦੀ ਆ। ਇਸ ਕਰਕੇ ਉਹਨੇ ਕਿਹਾ ਕਿ ਉਹ ਜਿਹੜੀ ਪਲੇਟ ਆ ਉਹਨੂੰ ਫਿਰ ਉਹ ਪਲੇਨ ਮਿਰਰ ਵਾਂਗੂ ਲੱਗਦੀ ਆ।
ਤੇ ਪਹੇਲੀ ਕੀ ਕਰਦੀ ਆ ਕਿ ਉਸ ਚਮਚ ਲੈ ਕੇ ਉਹਦੇ ਬੈਕ ਜਿਹੜੀ ਹੁੰਦੀ ਆ ਬਾਹਰ ਵਾਲਾ ਪਾਸਾ ਚਮਚ ਦਾ ਉਹਦੇ ਵਿੱਚ ਉਹ ਦੇਖਦੀ ਆ ਔਰ ਉਹ ਕੀ ਦੱਸਦੀ ਆ ਕਿ ਮੇਰੀ ਜਿਹੜੀ ਇਮੇਜ ਆ ਉਹ ਉਹਦੇ 'ਚ ਸਿੱਧੀ ਬਣੀ ਆ ਪਰ ਉਹਦਾ ਸਾਈਜ਼ ਜਿਹੜਾ ਵਾ ਸਮਾਲਰ ਆ। ਹੁਣ ਕਿਉਂਕਿ ਪਲੇਨ ਮਿਰਰ ਦੇ ਵਿੱਚ ਤੇ ਸਾਈਜ਼ ਜਿੰਨਾ ਆਬਜੈਕਟ ਦਾ ਉਨਾ ਹੀ ਇਮੇਜ ਦਾ ਹੋਏਗਾ, ਪਰ ਇਹਦੇ ਵਿੱਚ ਕੀ ਹੋਇਆ ਕਿ ਜਿਹੜਾ ਸਾਈਜ਼ ਆ ਉਹ ਛੋਟਾ ਹੋ ਗਿਆ। ਫਿਰ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਕਿਸੇ ਖਾਸ ਕਿਸਮ ਦੇ ਮਿਰਰ ਆ ਉਹਨਾਂ ਨੂੰ ਫਿਰ ਕੀ ਕਿਹਾ ਜਾਂਦਾ, ਸਫੈਰੀਕਲ ਮਿਰਰਸ। ਹੁਣ ਐਕਟੀਵਿਟੀ 15.5 ਦੇ ਵਿੱਚ ਕੀ ਦੱਸਿਆ ਕਿ ਸਟੇਨਲੈਸ ਸਟੀਲ ਸਪੂਨ ਲਿਆ ਉਹਨਾਂ ਨੇ, ਇੱਕ ਚਮਚ ਲਿਆ ਅਤੇ ਉਹਦਾ ਜਿਹੜਾ ਆਊਟਰ ਸਾਈਡ ਆ ਸਪੂਨ ਦਾ ਬਾਹਰ ਵਾਲਾ ਹਿੱਸਾ ਜਿਹੜਾ ਉਹਨੂੰ ਆਪਣੇ ਫੇਸ ਦੇ ਕੋਲ ਲੈ ਕੇ ਆਏ ਅਤੇ ਉਹਦੇ ਵਿੱਚ ਦੇਖਿਆ। ਉਹਨੇ ਕਿਹਾ ਕਿ ਉਹ ਕੀ ਉਸ ਇਮੇਜ ਦੇ ਵਿੱਚ ਜਿਹੜੀ ਪਲੇਨ ਮਿਰਰ ਦੇ ਵਿੱਚ ਇਮੇਜ ਬਣਦੀ ਉਹਦੇ ਨਾਲੋਂ ਕੋਈ ਡਿਫਰੈਂਸ ਆਇਆ। ਉਹਨੇ ਕਿਹਾ ਕਿ ਜਿਸ ਤਰ੍ਹਾਂ ਮੰਨ ਲਓ ਆ ਦੇਖੋ ਸਪੂਨ ਆ, ਸਪੂਨ ਦਾ ਅਗਲਾ ਪਾਸਾ ਜਿਹੜਾ ਵਾ ਜਿਹੜਾ ਜਿਹੜੇ ਪਾਸਿਓਂ ਅਸੀਂ ਖਾਂਦੇ ਹਾਂ ਅਗਲਾ ਪਾਸਾ ਉਹ ਕਿਹੜਾ ਵਾ, ਉਹਨੂੰ ਆਪਾਂ ਕਿਹੜਾ ਮਿਰਰ ਕਹਿ ਦਿੰਦੇ ਹਾਂ, ਕਨਵੈਕਸ ਮਿਰਰ। ਯਾਨੀ ਕਿ ਸਫੈਰੀਕਲ ਮਿਰਰ ਦੋ ਤਰ੍ਹਾਂ ਦੇ ਹੁੰਦੇ ਆ, ਕਨਵੈਕਸ ਅਤੇ ਕਨਕੇਵ ਮਿਰਰ। ਸੌਰੀ ਜਿਹੜਾ ਬਾਹਰ ਵਾਲਾ ਹਿੱਸਾ ਵਾ ਉਹਨੂੰ ਆਪਾਂ ਕਿਹੜਾ ਕਹਿੰਦੇ ਆ, ਕਨਵੈਕਸ ਮਿਰਰ, ਜਿਹੜਾ ਬਾਹਰ ਵੱਲ ਨੂੰ ਉੱਭਰਿਆ ਹੋਇਆ ਸਰਫੇਸ ਹੁੰਦਾ ਵਾ। ਅਤੇ ਉਹਦੇ ਵਿੱਚ ਅਗਰ ਅਸੀਂ ਆਪਣੀ ਸ਼ਕਲ ਦੇਖੀਏ ਤਾਂ ਸਾਨੂੰ ਸਿੱਧੀ ਦਿਖਾਈ, ਵੇਖੋ ਜਿਵੇਂ ਸਿੱਧੀ ਦਿਖਾਈ ਦੇ ਰਹੀ ਆ ਔਰ ਇਮੇਜ ਜਿਹੜੀ ਆ ਉਹ ਸਾਡੇ ਨਾਲੋਂ ਛੋਟੀ ਨਜ਼ਰ ਆਉਂਦੀ ਆ। ਅਤੇ ਦੂਜੀ ਸਾਈਡ 'ਤੇ ਅਸੀਂ ਅਗਰ ਚਮਚ ਦਾ ਜਿਹੜਾ ਅੰਦਰਲਾ ਪਾਸਾ ਵਾ ਜਿਹਦੇ ਨਾਲ ਅਸੀਂ ਖਾਂਦੇ ਹਾਂ, ਉਹ ਜਿਹੜਾ ਚਮਚ ਦਾ ਅੰਦਰਲਾ ਸਰਫੇਸ ਆ ਉਹ ਕਾਹਦਾ ਕੰਮ ਕਰਦਾ ਵਾ, ਉਹ ਕਨਕੇਵ ਮਿਰਰ ਦਾ ਕੰਮ ਕਰਦਾ ਵਾ। ਅਤੇ ਹੁਣ ਇਹਦੇ 'ਚ ਦੇਖੋ ਜਿਹੜੀ ਸਾਡੀ ਸ਼ਕਲ ਆ ਉਹ ਕੀ ਆ, ਇਨਵਰਟਡ, ਯਾਨੀ ਕਿ ਪੁੱਠੀ ਬਣੇਗੀ। ਸਾਨੂੰ ਪੁੱਠੀ, ਤੁਸੀਂ ਇਹ ਐਕਟੀਵਿਟੀ ਆਪਣੇ ਘਰ 'ਚ ਕਰਕੇ ਦੇਖ ਸਕਦੇ ਜੇ ਕਿ ਜਿਹੜਾ ਚਮਚ ਦਾ ਬਾਹਰ ਵਾਲਾ ਹਿੱਸਾ ਵਾ ਉਹਦੇ 'ਤੇ ਸਾਨੂੰ ਆਪਣੀ ਸ਼ਕਲ ਸਿੱਧੀ ਨਜ਼ਰ ਆਏਗੀ ਔਰ ਛੋਟੀ ਨਜ਼ਰ ਆਏਗੀ, ਅਤੇ ਜਿਹੜਾ ਅੰਦਰ ਵਾਲਾ ਹਿੱਸਾ ਵਾ ਉਹਦੇ ਵਿੱਚ ਸਾਨੂੰ ਆਪਣੀ ਸ਼ਕਲ ਜਿਹੜੀ ਆ ਉਹ ਪੁੱਠੀ ਨਜ਼ਰ ਆਏਗੀ। ਹੁਣ ਉਹਨੇ ਕਿਹਾ ਕਿ ਇਹ ਜਿਹੜੇ ਸਰਫੇਸ ਆ ਇਹਨਾਂ ਦਾ, ਜਿਵੇਂ ਇੱਥੇ ਇਹਨਾਂ ਨੇ ਦੱਸਿਆ ਹੋਇਆ ਕਿ ਇਹ ਕਨਕੇਵ ਮਿਰਰ ਆ ਅਤੇ ਇਹ ਕਨਵੈਕਸ। ਆਪਾਂ ਕਿਹਾ ਕਿ ਜਿਹੜਾ ਕਨਕੇਵ ਮਿਰਰ ਆ ਉਹ ਜਿਹੜਾ ਚਮਚ ਦਾ ਅੰਦਰਲਾ ਹਿੱਸਾ, ਮੰਨ ਲਓ ਆਹ ਵਾਲਾ ਜਿਹੜਾ ਅੰਦਰਲਾ ਹਿੱਸਾ ਇੱਧਰ ਵਾਲਾ, ਹੁਣ ਲਾਈਟ ਰੇਜ਼ ਜਿਹੜੀਆਂ ਵਾ ਉਹ ਇਹਦੇ ਉੱਤੇ ਟਕਰਾਉਣਗੀਆਂ, ਇਸ ਤਰ੍ਹਾਂ ਟਕਰਾ ਕੇ ਵਾਪਸ ਆਉਣਗੀਆਂ। ਇਹਦਾ ਮਤਲਬ ਜਿਹੜਾ ਇਨਵਰਡਸ ਆ, ਮਤਲਬ ਅੰਦਰ ਵਾਲਾ ਹਿੱਸਾ ਜਿਹੜਾ ਵਾ ਉਹ ਕੀ ਆ, ਸਫੈਰੀਕਲ ਮਿਰਰ ਕਨਕੇਵ, ਇਸ ਕਰਕੇ ਉਹਨੂੰ ਆਪਾਂ ਕਿਹੜਾ ਕਹਿੰਦੇ ਆ, ਕਨਕੇਵ ਮਿਰਰ, ਅੰਦਰ ਵਾਲੇ ਹਿੱਸੇ ਨੂੰ। ਅਤੇ ਬਾਹਰ ਵਾਲੇ ਹਿੱਸੇ ਨੂੰ ਇਹਦਾ ਇਹ ਜਿਹੜਾ ਵਾ ਇਹ ਰਿਫਲੈਕਟਿੰਗ ਸਰਫੇਸ, ਇਹ ਵਾਲਾ ਲਾਈਟ ਰੇ ਮਤਲਬ ਇੱਥੋਂ ਆਈ ਟਕਰਾ ਕੇ ਵਾਪਸ ਆਈ, ਅਤੇ ਜਿਹਦਾ ਬਾਹਰ ਵਾਲਾ ਹਿੱਸਾ ਰਿਫਲੈਕਟਿੰਗ ਆ ਆਊਟਰ ਸਰਫੇਸ ਉਹਨੂੰ ਆਪਾਂ ਕਿਹੜਾ ਮਿਰਰ ਕਹਿੰਦੇ ਆ, ਕਨਵੈਕਸ ਮਿਰਰ। ਨਾਓ ਇਹਨੇ ਕਿਹਾ ਕਿ ਜਿਹੜੇ ਕਨਕੇਵ ਅਤੇ ਕਨਵੈਕਸ ਮਿਰਰ ਇਹਨਾਂ ਨੂੰ ਆਪਾਂ ਸਫੈਰੀਕਲ ਮਿਰਰਸ ਕਿਉਂ ਕਹਿੰਦੇ ਆ। ਇਹਨੇ ਕਿਹਾ ਕਿਉਂਕਿ ਜਿਵੇਂ ਇੱਕ ਆਪਾਂ ਰਬੜ ਬਾਲ ਲੈ ਲੈਂਦੇ ਹਾਂ ਅਤੇ ਰਬੜ ਬਾਲ ਨੂੰ ਅਸੀਂ ਦੋ ਹਿੱਸਿਆਂ ਦੇ ਵਿੱਚ ਬਰਾਬਰ ਕੱਟਦੇ ਹਾਂ, ਅਤੇ ਜਦੋਂ ਅਸੀਂ ਉਹਨੂੰ ਬਰਾਬਰ ਕੱਟਦੇ ਹਾਂ ਅਤੇ ਉਹ ਸੇਮ ਚਮਚ ਵਾਲੀ ਗੱਲ ਕਿ ਜਿਹੜਾ ਅੰਦਰਲਾ ਹਿੱਸਾ ਵਾ ਰਬੜ ਦਾ ਅੰਦਰਲਾ ਪਾਰਟ ਆ ਉਹਨੂੰ ਅਸੀਂ ਕਿਹੜਾ ਸਰਫੇਸ ਕਹਿੰਦੇ ਹਾਂ, ਕਨਕੇਵ ਸਰਫੇਸ, ਅਤੇ ਜਿਹੜਾ ਬਾਹਰ ਵਾਲਾ ਹਿੱਸਾ ਵਾ ਉਹਨੂੰ ਅਸੀਂ ਕਨਵੈਕਸ ਸਰਫੇਸ ਕਹਿੰਦੇ ਹਾਂ। ਕਿ ਇਸ ਤਰ੍ਹਾਂ ਇਹਨਾਂ ਨੂੰ ਫਿਰ ਨਾਮ ਦਿੱਤਾ ਗਿਆ ਸਫੈਰੀਕਲ ਮਿਰਰਸ। ਹੁਣ ਇਹਨੇ ਕਿਹਾ ਕਿ ਜਿਹੜਾ ਇਨਰ ਸਰਫੇਸ ਆ ਸਪੂਨ ਦਾ ਉਹ ਕਨਕੇਵ ਮਿਰਰ ਦਾ ਕੰਮ ਕਰਦਾ ਵਾ, ਅਤੇ ਆਊਟਰ ਸਰਫੇਸ ਜਿਹੜਾ ਉਹ ਕਨਵੈਕਸ ਮਿਰਰ ਦਾ ਕੰਮ ਕਰਦਾ ਵਾ। ਹੁਣ ਪਲੇਨ ਮਿਰਰ ਦੇ ਵਿੱਚ ਜਿਹੜੀ ਇਮੇਜ ਆ ਉਹ ਸਕਰੀਨ ਦੇ ਉੱਪਰ ਨਹੀਂ ਬਣਦੀ, ਯਾਨੀ ਕਿ ਜਿਵੇਂ ਅਸੀਂ ਸ਼ੀਸ਼ੇ ਦੇ ਸਾਹਮਣੇ ਖੜ੍ਹ ਜਾਈਏ ਅਤੇ ਜਿਹੜੀ ਸਾਡੀ ਸ਼ਕਲ ਆ ਉਹ ਸ਼ੀਸ਼ੇ 'ਚ ਬਣਦੀ ਆ। ਸ਼ੀਸ਼ੇ ਦੇ ਪਿੱਛੇ ਬੈਕ 'ਤੇ ਕੋਈ ਸਕਰੀਨ ਨਹੀਂ ਲੱਗੀ ਹੋਈ ਕਿ ਜਿਹੜੀ ਸਾਡੀ ਸ਼ਕਲ ਉਹਦੇ ਉੱਪਰ ਬਣ ਜਾਂਦੀ ਹੈ। ਸਿਰਫ ਜਦੋਂ ਅਸੀਂ ਸ਼ੀਸ਼ੇ ਅੱਗੋਂ ਹਟ ਜਾਂਦੇ ਹਾਂ ਅਤੇ ਉਹ ਫਿਰ ਸਾਡੀ ਜਿਹੜੀ ਸ਼ਕਲ ਆ ਉਹ ਡਿਸਅਪੀਅਰ ਹੋ ਜਾਂਦੀ ਆ। ਉਹਨੇ ਕਿਹਾ ਕਿ ਇਹਦਾ ਮਤਲਬ ਕਿ ਪਲੇਨ ਮਿਰਰ ਜਿਹੜਾ ਵਾ ਉਹਦੇ 'ਚ ਜਦੋਂ ਸਾਡੀ ਇਮੇਜ ਸਕਰੀਨ ਦੇ ਉੱਪਰ ਨਹੀਂ ਬਣਦੀ ਅਤੇ ਉਸ ਤਰ੍ਹਾਂ ਦੀ ਇਮੇਜ ਨੂੰ ਫਿਰ ਕੀ ਕਿਹਾ ਜਾਂਦਾ ਵਾ, ਵਰਚੁਅਲ ਇਮੇਜ, ਨਕਲੀ ਕਹਿ ਲਓ, ਨਕਲੀ ਜਿਹਨੂੰ ਨਕਲੀ ਸ਼ਕਲ, ਕਿਉਂਕਿ ਉਹਦੇ ਸ਼ੀਸ਼ੇ ਦੇ ਅੱਗੇ ਕੋਈ ਸਕਰੀਨ ਨਹੀਂ ਹੁੰਦਾ ਜਿਹਦੇ ਉੱਪਰ ਸਾਡੀ ਪੱਕੀ ਕੋਈ ਪਿਕਚਰ ਜਿਵੇਂ ਬਣ ਜਾਵੇ। ਅਤੇ ਰੀਅਲ ਇਮੇਜ ਕੀ ਹੁੰਦੀ ਆ ਕਿ ਜਿਵੇਂ ਉਹਨੇ ਕਿਹਾ ਕਿ ਤੁਸੀਂ
ਮਿਰਰ ਲੈ ਕੇ ਕਨਕੇਵ ਮਿਰਰ ਲੈ ਕੇ ਤੇ ਸੂਰਜ ਦੇ ਵੱਲ ਉਹਨੂੰ ਥੋੜ੍ਹਾ ਸੂਰਜ ਦੀ ਸਾਈਡ 'ਤੇ, ਜਿਸ ਤਰ੍ਹਾਂ ਬੱਚੇ ਨੇ ਦਿਖਾਇਆ ਹੈ ਕਿ ਸੂਰਜ ਵਾਲੇ ਪਾਸੇ ਨੂੰ ਉਹਦਾ ਮੂੰਹ ਕਰੋ, ਅਤੇ ਸੂਰਜ ਦੀ ਜਿਹੜੀ ਰੌਸ਼ਨੀ ਆ ਉਹ ਇੱਥੋਂ ਰਿਫਲੈਕਟ ਹੋ ਕੇ ਅਤੇ ਅਸੀਂ ਇੱਕ ਪੇਪਰ ਸ਼ੀਟ, ਯਾਨੀ ਕਿ ਉਹ ਸਕਰੀਨ ਦਾ ਕੰਮ ਕਰੇਗੀ ਜਿਹੜੀ ਪੇਪਰ ਸ਼ੀਟ ਆ, ਉਹ ਹੁਣ ਉੱਥੋਂ ਲਾਈਟ ਰੇਜ਼ ਜਿਹੜੀਆਂ ਰਿਫਲੈਕਟ ਹੋ ਕੇ ਉਸ ਪੇਪਰ ਸ਼ੀਟ ਦੇ ਉੱਪਰ ਕਨਵਰਜ ਹੋਣਗੀਆਂ, ਇੱਕ ਜਗ੍ਹਾ 'ਤੇ ਫੋਕਸ ਹੋਣਗੀਆਂ, ਜਿਹਦੇ ਨਾਲ ਇਸ ਕਾਗਜ਼ ਨੂੰ ਅੱਗ ਵੀ ਲੱਗ ਸਕਦੀ ਹੈ। ਅਤੇ ਹੁਣ ਉਹਨੇ ਕਿਹਾ ਕਿ ਜਿਹੜਾ ਕਨਕੇਵ ਮਿਰਰ ਆ, ਫਿਰ ਇਹਦਾ ਮਤਲਬ ਕਿ ਹੁਣ ਇਹ ਸਕਰੀਨ ਦੇ ਉੱਪਰ ਸ਼ਕਲ ਬਣੀ, ਜਿਹਦਾ ਕਰਕੇ ਇਹ ਕਿਹੜੀ ਇਮੇਜ ਬਣਾਉਂਦਾ ਵਾ, ਕਨਕੇਵ ਮਿਰਰ ਰੀਅਲ ਇਮੇਜ। ਕਲੀਅਰ ਕਿ ਜਿਹੜਾ ਕਨਵੈਕਸ ਮਿਰਰ ਆ, ਜਿਹੜਾ ਪਲੇਨ ਮਿਰਰ ਆ ਉਹ ਵਰਚੁਅਲ ਇਮੇਜ ਬਣਾਉਂਦਾ ਵਾ, ਅਤੇ ਜਿਹੜਾ ਕਨਕੇਵ ਮਿਰਰ ਆ ਉਹ ਰੀਅਲ ਇਮੇਜ ਮਤਲਬ ਜਦੋਂ ਸਕਰੀਨ ਦੇ ਉੱਪਰ ਸਾਨੂੰ ਕੋਈ ਸ਼ਕਲ, ਇਮੇਜ ਜਿਹੜੀ ਆ ਉਹ ਮਿਲ ਜਾਂਦੀ ਆ। ਥੈਂਕ ਯੂ।